ਸਤਿ ਸ਼੍ਰੀ ਅਕਾਲ ਜੀ। ਮੈਂ 30 ਸਾਲ ਦਾ ਸੀ ਤੇ ਇੱਕ ਘਰ ਵਿੱਚ ਕੰਮ ਕਰਦਾ ਸੀ। ਮੇਰੀ ਮਾਲਕਣ 32 ਸਾਲਾਂ ਦੀ ਸੀ। ਮਾਲਕ ਨੂੰ ਮੇਰੇ ਉੱਤੇ ਬਹੁਤ ਭਰੋਸਾ ਸੀ। ਉਹ ਮੈਨੂੰ ਮਾਲਕਣ ਦੇ ਨਾਲ ਘਰ ਵਿੱਚ ਇਕੱਲਾ ਛੱਡ ਕੇ ਆਫਿਸ ਚਲਿਆ ਜਾਂਦਾ। ਮਾਲਕਣ ਬਹੁਤ ਖੂਬਸੂਰਤ ਤੇ ਜਵਾਨ ਸੀ। ਇੱਕ ਰਾਤ ਮਾਲਕਣ ਨੂੰ ਘਰ 'ਚ ਇਕੱਲਾ ਛੱਡ ਕੇ ਸਾਹਿਬ ਬਾਹਰ ਚਲਿਆ ਗਿਆ। ਮੈਂ ਰਾਤ ਦੇ ਹਨੇਰੇ 'ਚ ਮਾਲਕਣ ਦੇ ਕਮਰੇ 'ਚ ਚਲਾ ਗਿਆ। ਮੈਨੂੰ ਲੱਗਾ ਕਿ ਮਾਲਕਣ ਮੈਨੂੰ ਦੇਖ ਕੇ ਗੁੱਸਾ ਹੋਵੇਗੀ, ਪਰ ਮਾਲਕਣ ਨੇ ਉਸ ਰਾਤ ਮੈਨੂੰ ਮਾਲਕ ਦੇ ਘਰ ਕੰਮ ਕਰਦੇ ਹੋਏ ਪੂਰਾ 1 ਹਫ਼ਤਾ ਹੋ ਚੁੱਕਿਆ ਸੀ ਤੇ ਮੈਂ ਵੀ ਬੜੀ ਲਗਨ ਨਾਲ ਕੰਮ ਕਰ ਰਿਹਾ ਸੀ। ਪਰ ਮੈਨੂੰ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਇੰਤਜ਼ਾਰ ਖਤਮ ਹੀ ਨਹੀਂ ਹੋ ਰਿਹਾ ਸੀ। ਮੈਂ ਸੁਣਿਆ ਸੀ ਕਿ ਮਾਲਕਣ ਬਹੁਤ ਸੋਹਣੀ ਆ ਤੇ ਉਹ ਕਿਸੇ ਦੇ ਸਾਹਮਣੇ ਨਹੀਂ ਆਉਂਦੀ, ਪਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਮਾਲਕਣ ਕਿਸੇ ਦੇ ਸਾਹਮਣੇ ਕਿਉਂ ਨਹੀਂ ਆਉਂਦੀ। ਕਿਉਂ ਉਹ ਪਰਦਾ ਕਰਦੀ ਆ? ਆਖਰ ਉਹਨਾਂ ਨੂੰ ਕਿਸ ਗੱਲ ਦਾ ਡਰ ਸੀ, ਜਾਂ ਫਿਰ ਮਾਲਕ ਦੇ ਵੱਲੋਂ ਹੀ ਉਹਨਾਂ ਨੂੰ ਮਨਾ ਕੀਤਾ ਗਿਆ ਸੀ। ਉਸ ਦਿਨ ਵੀ ਮੈਂ ਮਾਲਕ ਦੇ ਕਮਰੇ ਵਿੱਚ ਜਾਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਦੇ ਕਮਰੇ ਦੇ ਸਾਹਮਣੇ ਪਹਿਰਾ ਦਿੰਦੇ ਨੌਕਰ ਨੂੰ ਦੇਖ ਕੇ ਮੇਰਾ ਮਨ ਖਰਾਬ ਹੋ ਗਿਆ। ਦਿਨ ਰਾਤ ਘਰ ਦਾ ਕੋਈ ਨਾ ਕੋਈ ਨੌਕਰ ਮਾਲਕਣ ਦੇ ਕਮਰੇ ਦੇ ਬਾਹਰ ਮੌਜੂਦ ਹੁੰਦਾ ਸੀ, ਜਿਸ ਵਜ੍ਹਾ ਨਾਲ ਮਾਲਕਣ ਨੂੰ ਦੇਖਣ ਦੀ ਮੇਰੀ ਇਹ ਇੱਛਾ ਪੂਰੀ ਨਹੀਂ ਹੋ ਰਹੀ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਮੈਨੂੰ ਮਾਲਕਣ ਦਾ ਦੀਦਾਰ ਨਸੀਬ ਹੀ ਨਹੀਂ ਹੋਵੇਗਾ। ਉੱਪਰ ਤੋਂ ਮੈਂ ਸੁਣਿਆ ਸੀ ਕਿ ਮਾਲਕ ਅੱਜ ਵਾਪਸ ਆ ਰਹੇ ਆ। ਇਹ ਸੁਣ ਕੇ ਮੈਂ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਿਆ, ਕਿਉਂਕਿ ਮੇਰੀ ਮਾਲਕਣ ਨੂੰ ਦੇਖਣ ਦੀ ਖੁਆਇਸ਼ ਜੋ ਅਧੂਰੀ ਰਹਿ ਗਈ ਸੀ। ਮਾਲਕ ਦੇ ਘਰ ਦਾ ਖਾਣਾ ਬਣਾਉਣਾ, ਘਰ ਦਾ ਕੰਮ ਮੈਂ ਖੁਦ ਹੀ ਕਰਦਾ ਸੀ। ਇਸ ਵਕਤ ਵੀ ਮੈਂ ਘਰ ਦਾ ਖਾਣਾ ਬਣਾ ਰਿਹਾ ਸੀ ਤਾਂ ਮੈਨੂੰ ਪਿੱਛੋਂ ਤੋਂ ਇੱਕ ਮਧੁਰ ਜਿਹੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਸੁਣ ਕੇ ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕਣ ਲੱਗਿਆ। ਉਹ ਆਵਾਜ਼ ਮਾਲਕਣ ਦੀ ਸੀ। ਉਹ ਮੈਨੂੰ ਕਹਿ ਰਹੀ ਸੀ ਕਿ ਅੱਜ ਮਾਲਕ ਆ ਰਹੇ ਆ, ਜਲਦੀ ਨਾਲ ਉਸ ਦੀ ਪਸੰਦ ਦਾ ਖਾਣਾ ਬਣਾਓ। ਖਾਣੇ ਦੀ ਆਵਾਜ਼ ਸੁਣ ਕੇ ਮੈਂ ਪਿੱਛੇ ਮੁੜ ਕੇ ਦੇਖਿਆ। ਮੈਨੂੰ ਦੇਖ ਕੇ ਇੱਕ ਪਲ ਦੇ ਲਈ ਮਾਲਕਣ ਵੀ ਹੈਰਾਨ ਹੋਈ, ਪਰ ਉਹ ਕਹਿਣ ਲੱਗੀ, ਜਲਦੀ ਜਲਦੀ ਆਪਣਾ ਕੰਮ ਕਰੋ, ਅੱਜ ਮਾਲਕ ਵਾਪਸ ਆਉਣ ਵਾਲੇ ਆ। ਮੈਂ ਜਿੰਨਾ ਵੀ ਮਾਲਕਣ ਦੀ ਸੁੰਦਰਤਾ ਦੇ ਬਾਰੇ ਵਿੱਚ ਉੱਥੋਂ ਦੇ ਲੋਕਾਂ ਤੋਂ ਸੁਣਿਆ ਸੀ, ਉਹ ਸਭ ਕੁਝ ਘੱਟ ਸੀ। ਮਾਲਕਣ ਉਹਨਾਂ ਦੀਆਂ ਗੱਲਾਂ ਤੋਂ ਵੀ ਜ਼ਿਆਦਾ ਕਿਤੇ ਸੋਹਣੀ ਸੀ। ਮੈਂ ਮਾਲਕਣ ਨੂੰ ਦੇਖ ਕੇ ਜਿਵੇਂ ਕਿਸੇ ਹੋਰ ਹੀ ਦੁਨੀਆ 'ਚ ਚਲਾ ਗਿਆ। ਮੇਰਾ ਦਿਲ ਹਾਲੇ ਵੀ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਜਲਦੀ ਨਾਲ ਖੁਦ ਉੱਤੇ ਕਾਬੂ ਕੀਤਾ ਤੇ ਮਾਲਕਣ ਦਾ ਕਹਿਣਾ ਮੰਨਦੇ ਹੋਏ ਜਲਦੀ ਜਲਦੀ ਖਾਣਾ ਬਣਾਉਣ ਲੱਗਿਆ। ਫਿਰ 1 ਘੰਟੇ ਬਾਅਦ ਮਾਲਕ ਘਰ ਆ ਗਏ। ਹਮੇਸ਼ਾ ਦੀ ਤਰ੍ਹਾਂ ਮਾਲਕ ਦੇ ਅੱਗੇ ਪਿੱਛੇ ਬਹੁਤ ਸਾਰੇ ਗਾਰਡ ਮੌਜੂਦ ਸੀ। ਮਾਲਕਣ ਨੇ ਮਾਲਕ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਉਹਨਾਂ ਦਾ ਸਵਾਗਤ ਕੀਤਾ ਤੇ ਮਾਲਕ ਦੇ ਗਲੇ ਲੱਗ ਗਈ। ਮਾਲਕਣ ਦਾ ਇਸ ਤਰ੍ਹਾਂ ਮਾਲਕ ਦੇ ਗਲੇ ਲੱਗਣਾ ਮੈਨੂੰ ਨਾ ਗਵਾਰਾ ਲੱਗਿਆ। ਨਾ ਜਾਣੇ ਕਿਉਂ ਮੈਨੂੰ ਬਹੁਤ ਬੁਰਾ ਮਹਿਸੂਸ ਹੋਇਆ। ਮੈਂ ਆਪਣੇ ਉੱਪਰ ਕਾਬੂ ਪਾਇਆ ਤੇ ਮਾਲਕ ਦੇ ਲਈ ਖਾਣਾ ਲਗਾਉਣ ਲੱਗਿਆ। ਮੈਨੂੰ ਦੇਖ ਕੇ ਮਾਲਕਣ ਕਹਿਣ ਲੱਗੀ, ਜਲਦੀ ਨਾਲ ਖਾਣਾ ਲਗਾ ਕੇ ਇੱਥੋਂ ਚਲੇ ਜਾਓ। ਮੈਂ ਮਾਲਕਣ ਦਾ ਹੁਕਮ ਮੰਨਦੇ ਹੋਏ ਜਲਦੀ ਜਲਦੀ ਖਾਣਾ ਲਗਾਇਆ ਤੇ ਉੱਥੋਂ ਚਲਿਆ ਗਿਆ। ਹੁਣ ਮੈਂ ਆਪਣੀ ਸਰਵੈਂਟ ਕੁਆਰਟਰ ਵਿੱਚ ਸੀ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਵਾਰ-ਵਾਰ ਉਹੀ ਦ੍ਰਿਸ਼ ਘੁੰਮ ਰਿਹਾ ਸੀ। ਮੈਂ ਚਾਹ ਕੇ ਵੀ ਮਾਲਕਣ ਅਤੇ ਮਾਲਕ ਦੇ ਉਹ ਨਜ਼ਦੀਕੀ ਭੁੱਲ ਨਹੀਂ ਪਾ ਰਿਹਾ ਸੀ, ਤਾਂ ਮੈਂ ਬੁਰੀ ਤਰ੍ਹਾਂ ਬੇਚੈਨ ਹੋ ਕੇ ਆਪਣੇ ਸਰਵੈਂਟ ਕੁਆਰਟਰ ਵਿੱਚੋਂ ਨਿਕਲ ਕੇ ਮਾਲਕ ਦੇ ਘਰ ਆ ਗਿਆ। ਉਸ ਰਾਤ ਮਾਲਕ ਤੇ ਮਾਲਕਣ ਦੇ ਕਮਰੇ ਦੇ ਸਾਹਮਣੇ ਕੋਈ ਵੀ ਨੌਕਰ ਨਜ਼ਰ ਨਹੀਂ ਆ ਰਿਹਾ ਸੀ। ਸ਼ਾਇਦ ਇਹ ਮਾਲਕ ਦਾ ਹੀ ਆਦੇਸ਼ ਸੀ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹੀ ਮਾਲਕਣ ਦੇ ਕਮਰੇ ਦੇ ਸਾਹਮਣੇ ਪਹਿਰਾ ਦਿੱਤਾ ਜਾਵੇ। ਤਾਂ ਮਾਲਕ ਦੇ ਆਉਂਦੇ ਹੀ ਮਾਲਕਣ ਦੇ ਕਮਰੇ ਦਾ ਪਹਿਰਾ ਵੀ ਹਟਾ ਦਿੱਤਾ ਗਿਆ। ਮੈਂ ਹੌਲੀ ਜਿਹੀ ਮਾਲਕਣ ਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮਾਲਕ ਤੇ ਮਾਲਕਣ ਇੱਕ ਕਮਰੇ ਵਿੱਚ ਸੀ। ਮਾਲਕਣ ਮਾਲਕ ਦੇ ਕਦਮਾਂ ਵਿੱਚ ਬੈਠੀ ਉਹਨਾਂ ਦੇ ਪੈਰ ਘੁੱਟ ਰਹੀ ਸੀ। ਇਹ ਦੇਖ ਕੇ ਨਾ ਜਾਣੇ ਕਿਉਂ ਮੇਰਾ ਮਨ ਕਰ ਰਿਹਾ ਸੀ ਕਿ ਪੂਰੀ ਦੁਨੀਆ ਨੂੰ ਅੱਗ ਲਗਾ ਦੇਵਾਂ। ਇਹ ਸਭ ਮੇਰੀ ਸਹਿਣ ਸ਼ਕਤੀ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਮੇਰੀਆਂ ਭਾਵਨਾਵਾਂ ਵੀ ਹੁਣ ਕਾਬੂ ਚੋਂ ਬਾਹਰ ਹੁੰਦੀਆਂ ਜਾ ਰਹੀਆਂ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਹੋ ਰਿਹਾ ਆ, ਪਰ ਜੋ ਵੀ ਹੋ ਰਿਹਾ ਸੀ ਉਹ ਬਹੁਤ ਬੁਰਾ ਸੀ। ਉਹ ਰਾਤ ਮੇਰੇ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ। ਉਹ ਰਾਤ ਮੈਂ ਸੌਂ ਨਾ ਪਾਇਆ ਕਿਉਂਕਿ ਮੈਨੂੰ ਅਜੀਬ ਜਿਹੇ ਅਹਿਸਾਸਾਂ ਨੇ ਕਾਬੂ ਕਰ ਰੱਖਿਆ ਸੀ। ਅਗਲੀ ਸਵੇਰ ਮਾਲਕ ਆਫਿਸ ਚਲੇ ਗਏ ਤੇ ਇਸ ਵਾਰ ਮਾਲਕਣ ਦੇ ਕਮਰੇ ਦੇ ਸਾਹਮਣੇ ਕਿਸੇ ਨੌਕਰ ਦਾ ਕੋਈ ਪਹਿਰਾ ਨਹੀਂ ਸੀ। ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਸਮਝ ਵੀ ਆ ਗਿਆ ਕਿ ਮਾਲਕ ਜਦੋਂ ਦੇਸ਼ ਤੋਂ ਬਾਹਰ ਜਾਂਦੇ ਆ ਤਾਂ ਉਦੋਂ ਹੀ ਮਾਲਕਣ ਦੇ ਉੱਪਰ ਪਹਿਰਾ ਲਗਾਉਂਦੇ ਆ। ਮੈਨੂੰ ਮਾਲਕਣ ਦੀ ਬਹੁਤ ਚਿੰਤਾ ਸਤਾਉਣ ਲੱਗੀ ਅਤੇ ਉੱਪਰ ਤੋਂ ਮਾਲਕਣ ਦੀ ਖੂਬਸੂਰਤੀ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ।
ਉਸ ਦਿਨ ਵੀ ਮਾਲਕਣ ਪੂਰੇ ਘਰ ਵਿੱਚ ਘੁੰਮ ਰਹੀ ਸੀ। ਘਰ ਦੇ ਨੌਕਰਾਂ ਦੇ ਸਿਰ ਉੱਤੇ ਖੜੀ ਹੋ ਕੇ ਉਹਨਾਂ ਨੂੰ ਕੰਮ ਸਮਝਾ ਰਹੀ ਸੀ। ਮਾਲਕਣ ਨੂੰ ਦੇਖ ਕੇ ਮੇਰਾ ਚਿਹਰਾ ਖਿਲ ਉੱਠਿਆ। ਮੈਂ ਮਾਲਕਣ ਨਾਲ ਗੱਲ ਕਰਨਾ ਚਾਹੁੰਦਾ ਸੀ, ਪਰ ਮੈਨੂੰ ਮੌਕਾ ਹੀ ਨਹੀਂ ਮਿਲ ਰਿਹਾ ਸੀ, ਕਿਉਂਕਿ ਮੇਰੇ ਇਲਾਵਾ ਵੀ ਘਰ 'ਚ ਬਹੁਤ ਸਾਰੇ ਨੌਕਰ ਸੀ ਤੇ ਸ਼ਾਇਦ ਉਹ ਮਾਲਕ ਦੀ ਗੈਰ ਹਾਜ਼ਰੀ ਵਿੱਚ ਹੀ ਲੁਕ ਕੇ ਮਾਲਕ ਉੱਤੇ ਨਜ਼ਰ ਰੱਖਦੇ ਸੀ। ਇਸ ਤਰ੍ਹਾਂ ਹੀ ਮੈਨੂੰ ਮਾਲਕ ਦੇ ਘਰ ਕੰਮ ਕਰਦੇ ਹੋਏ 2 ਹਫ਼ਤੇ ਹੋ ਚੁੱਕੇ ਸੀ ਤੇ ਚਾਹ ਕੇ ਵੀ ਮੈਂ ਮਾਲਕਣ ਨਾਲ ਇਕੱਲੇ ਵਿੱਚ ਨਹੀਂ ਮਿਲ ਪਾ ਰਿਹਾ ਸੀ। ਪਰ ਜਿਸ ਤਰ੍ਹਾਂ ਮੈਂ ਮਾਲਕਣ ਨੂੰ ਦੇਖਦਾ ਸੀ ਪਿਆਸੀਆਂ ਨਜ਼ਰਾਂ ਨਾਲ, ਸ਼ਾਇਦ ਮੇਰੀਆਂ ਉਹਨਾਂ ਨਜ਼ਰਾਂ ਦਾ ਮਾਲਕਣ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ, ਤਾਂ ਹੀ ਉਹ ਮੈਨੂੰ ਆਪਣੀਆਂ ਨਜ਼ਰਾਂ ਨਾਲ ਹੀ ਦੇਖਿਆ ਕਰਦੀ ਸੀ, ਜਿਵੇਂ ਉਹ ਮੇਰੇ ਤੋਂ ਕੁਝ ਚਾਹ ਰਹੀ ਹੋਵੇ। ਮਾਲਕਣ ਦੀਆਂ ਨਜ਼ਰਾਂ ਨੇ ਵੀ ਮੈਨੂੰ ਅੰਦਰ ਤੱਕ ਬੇਚੈਨ ਕਰ ਦਿੱਤਾ। ਮੈਂ ਮਾਲਕਣ ਨੂੰ ਇਕੱਲੇ 'ਚ ਮਿਲਣਾ ਚਾਹੁੰਦਾ ਸੀ, ਪਰ ਮੈਨੂੰ ਉਹਨਾਂ ਨੂੰ ਇਕੱਲੇ ਵਿੱਚ ਮਿਲਣ ਦਾ ਮੌਕਾ ਨਹੀਂ ਮਿਲਦਾ ਸੀ। ਮਾਲਕਣ ਘਰ ਦੇ ਕੰਮ ਵੀ ਕਰਿਆ ਕਰਦੀ, ਕਦੇ-ਕਦੇ ਕੰਮਾਂ ਵਿੱਚ ਮੇਰਾ ਹੱਥ ਵੀ ਵਟਾਇਆ ਕਰਦੀ, ਪਰ ਇਸ ਦੌਰਾਨ ਵੀ ਮਾਲਕਣ ਚੁੱਪ ਰਿਹਾ ਕਰਦੀ। ਮੈਂ ਬਹੁਤ ਹੀ ਕੋਸ਼ਿਸ਼ ਕੀਤੀ ਮਾਲਕਣ ਨਾਲ ਗੱਲ ਕਰਨ ਦੀ, ਲੇਕਿਨ ਮਾਲਕਣ ਨੇ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਾ ਦਿੱਤਾ। ਇਹ ਸ਼ਾਇਦ ਡਰਦੀ ਸੀ ਮਾਲਕ ਤੋਂ ਜਾਂ ਫਿਰ ਘਰ ਵਿੱਚ ਮੌਜੂਦ ਨੌਕਰਾਂ ਤੋਂ, ਜੋ ਮਾਲਕਣ ਉੱਤੇ ਨਜ਼ਰ ਰੱਖਦੇ ਸੀ। ਉਸ ਰਾਤ ਰੱਬ ਨੂੰ ਮੇਰੇ ਤੇ ਤਰਸ ਆ ਗਿਆ। ਮਾਲਕ ਨੂੰ ਐਮਰਜੈਂਸੀ 'ਚ ਦੇਸ਼ ਤੋਂ ਬਾਹਰ ਜਾਣਾ ਪਿਆ। ਮਾਲਕ ਇੰਨੀ ਜਲਦੀ ਵਿੱਚ ਸੀ ਕਿ ਉਹਨਾਂ ਨੇ ਕਿਸੇ ਨੌਕਰ ਨੂੰ ਨਹੀਂ ਦੱਸਿਆ ਕਿ ਉਹ ਦੇਸ਼ ਤੋਂ ਬਾਹਰ ਜਾ ਰਹੇ ਆ। ਰਾਤ ਮੈਂ ਦੇਰ ਤੱਕ ਮਾਲਕ ਦੇ ਘਰ ਦੀ ਸਫਾਈ ਕਰਦਾ ਰਿਹਾ। ਉਸ ਵਕਤ ਮੈਂ ਕਿਚਨ 'ਚ ਮੌਜੂਦ ਕਿਚਨ ਸਾਫ਼ ਕਰ ਰਿਹਾ ਸੀ ਤਾਂ ਮਾਲਕ ਨੇ ਮੈਨੂੰ ਦੇਖਿਆ ਤੇ ਕਿਹਾ, ਸਾਹਿਲ, ਮੈਨੂੰ ਐਮਰਜੈਂਸੀ ਵਿੱਚ ਜਾਣਾ ਪੈਣਾ, ਤੂੰ ਪਲੀਜ਼ ਰਾਧਿਕਾ ਦਾ ਧਿਆਨ ਰੱਖੀ ਤੇ ਧਿਆਨ ਰਹੇ ਮਾਲਕਣ ਕਿਤੇ ਬਾਹਰ ਨਾ ਜਾ ਸਕੇ। ਮਾਲਕ ਦੀ ਗੱਲ ਸੁਣ ਕੇ ਮੈਂ ਬਹੁਤ ਹੀ ਖੁਸ਼ ਹੋ ਗਿਆ। ਮੈਨੂੰ ਇਹੀ ਤਾਂ ਮੌਕਾ ਚਾਹੀਦਾ ਸੀ ਜਿਸ ਦਾ ਮੈਂ ਨਾ ਜਾਣੇ ਕਦੋਂ ਤੋਂ ਇੰਤਜ਼ਾਰ ਕਰ ਰਿਹਾ ਸੀ। ਮੈਂ ਮਾਲਕ ਨੂੰ ਭਰੋਸਾ ਦਿਵਾਇਆ ਕਿ ਮੈਂ ਮਾਲਕਣ ਦਾ ਖਿਆਲ ਰੱਖਾਂਗਾ। ਮਾਲਕ ਨੂੰ ਵੀ ਇੰਨੇ ਦਿਨਾਂ ਤੋਂ ਮੇਰੇ ਉੱਤੇ ਯਕੀਨ ਹੋ ਗਿਆ ਸੀ। ਉਦੋਂ ਹੀ ਮਾਲਕ ਆਪਣੇ ਗਾਰਡਾਂ ਨੂੰ ਲੈ ਕੇ ਚਲੇ ਗਏ ਤੇ ਮੈਂ ਬਹੁਤ ਖੁਸ਼ ਹੋ ਗਿਆ, ਕਿਉਂਕਿ ਹੁਣ ਘਰ ਵਿੱਚ ਮੈਂ ਤੇ ਮਾਲਕਣ ਇਕੱਲੇ ਸੀ ਅਤੇ ਅਸੀਂ ਦੋਵਾਂ ਦੇ ਇਲਾਵਾ ਘਰ 'ਚ ਹੋਰ ਕੋਈ ਨਹੀਂ ਸੀ। ਘਰ ਦੀਆਂ ਸਾਰੀਆਂ ਲਾਈਟਾਂ ਬੰਦ ਸੀ। ਮੈਂ ਰਾਤ ਦੇ ਹਨੇਰੇ ਵਿੱਚ ਮਾਲਕਣ ਦੇ ਕਮਰੇ 'ਚ ਚਲਾ ਗਿਆ। ਮੈਂ ਹੌਲੀ ਜਿਹੀ ਮਾਲਕਣ ਦੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਮਾਲਕਣ ਨੇ, ਮੇਰਾ ਨਾਮ ਸਾਹਿਲ ਆ। ਮੈਂ ਪਿਛਲੇ 1 ਸਾਲ ਤੋਂ ਇੱਕ ਗਵਾਚੀ ਹੋਈ ਚੀਜ਼ ਦੀ ਤਲਾਸ਼ ਕਰ ਰਿਹਾ ਸੀ। ਪਤਾ ਨਹੀਂ ਉਹ ਚੀਜ਼ ਮੈਨੂੰ ਕਦੋਂ ਮਿਲੇਗੀ। ਜਦੋਂ ਤੁਸੀਂ ਕਿਸੇ ਚੀਜ਼ ਦੀ ਤਲਾਸ਼ ਵਿੱਚ ਹੁੰਦੇ ਹੋ ਤਾਂ ਤੁਸੀਂ ਉਸ ਨੂੰ ਪਾਉਣ ਦੇ ਲਈ ਹੋਰ ਵੀ ਜ਼ਿਆਦਾ ਬੇਚੈਨ ਹੋ ਜਾਂਦੇ ਹੋ। ਮੈਂ ਸਿਰਫ 30 ਸਾਲਾਂ ਦਾ ਸੀ ਜਦੋਂ ਮੇਰੀ ਸਭ ਤੋਂ ਕੀਮਤੀ ਸੰਪਤੀ, ਮੇਰੇ ਜੀਉਣ ਦਾ ਮਕਸਦ ਗਵਾਚ ਗਿਆ। ਜਿਸ ਚੀਜ਼ ਦੇ ਲਈ ਮੈਂ ਦਿਨ ਰਾਤ ਮਿਹਨਤ ਕਰ ਰਿਹਾ ਸੀ, ਉਹ ਮੇਰੇ ਤੋਂ ਦੂਰ ਹੋ ਗਈ। ਸਾਹਿਲ, ਅੱਜ ਨਾ ਜਾ, ਪਲੀਜ਼ ਥੋੜੀ ਦੇਰ ਰੁਕ ਜਾ। ਮੰਮੀ ਦੀ ਤਬੀਅਤ ਦਾ ਖਿਆਲ ਹੀ ਕਰ ਲਾ। ਮੇਰੀ ਭੈਣ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਮੈਂ ਘਰ ਤੋਂ ਬਾਹਰ ਨਿਕਲਣ ਵਾਲਾ ਸੀ ਤਾਂ ਮੈਂ ਕਿਹਾ, ਮੇਰੇ ਰਸਤੇ ਤੋਂ ਹਟ ਜਾਓ। ਤੇ ਵੈਸੇ ਵੀ ਉਹਨਾਂ ਦੀ ਵਜ੍ਹਾ ਨਾਲ ਹੀ ਮੈਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਸੀ। ਜੋ ਉਹਨਾਂ ਨੇ ਮੇਰੇ ਨਾਲ ਅਜਿਹਾ ਨਾ ਕੀਤਾ ਹੁੰਦਾ ਤਾਂ ਮੈਨੂੰ ਕਦੇ ਵੀ ਦਰ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਂਦੀਆਂ। ਮੇਰੀ ਗੱਲ ਸੁਣ ਕੇ ਮੇਰੀ ਭੈਣ ਤੜਫ ਕੇ ਮੈਨੂੰ ਕਹਿਣ ਲੱਗੀ, ਮੈਂ ਮੰਨਦੀ ਆ ਮੰਮੀ ਦੀ ਗਲਤੀ ਆ, ਲੇਕਿਨ ਤੂੰ ਵੀ ਤਾਂ ਆਪਣਾ ਦਿਲ ਵੱਡਾ ਕਰ। ਉਹ ਆਪਣੀ ਮਾਂ ਆ, ਆਪਾਂ ਉਹਨਾਂ ਨੂੰ ਇਸ ਹਾਲ ਦੇ ਵਿੱਚ ਇਸ ਤਰ੍ਹਾਂ ਛੱਡ ਨਹੀਂ ਸਕਦੇ। ਮੈਂ ਆਪਣੀ ਭੈਣ ਨੂੰ ਕਿਹਾ, ਤੂੰ ਛੱਡਣ ਦੀ ਗੱਲ ਕਰ ਰਹੀ ਆ? ਮੈਂ ਉਹਨਾਂ ਨੂੰ ਤਾਂ ਛੱਡ ਚੁੱਕਿਆ, ਲੇਕਿਨ ਉਹਨਾਂ ਨੇ ਕਦੇ ਵੀ ਸਾਨੂੰ ਆਪਣੇ ਬੱਚਿਆਂ ਦਾ ਪਿਆਰ ਨਹੀਂ ਦਿੱਤਾ, ਇਸ ਲਈ ਮੈਨੂੰ ਜਾਣ ਦੇ। ਇੰਨਾ ਕਹਿ ਕੇ ਮੈਂ ਘਰ ਤੋਂ ਬਾਹਰ ਨਿਕਲ ਆਇਆ ਤੇ ਮੇਰੀ ਤਲਾਸ਼ ਫਿਰ ਤੋਂ ਸ਼ੁਰੂ ਹੋ ਗਈ। ਮਨ ਹੀ ਮਨ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਇਸ ਤਲਾਸ਼ ਨਾਲ ਹੋਰ ਕਿੰਨਾ ਕੁ ਭਟਕਣਾ ਪਵੇਗਾ ਤੇ ਕਦੇ ਮੇਰੀ ਤਲਾਸ਼ ਪੂਰੀ ਹੋਵੇਗੀ ਵੀ ਜਾਂ ਨਹੀਂ। ਅੱਜ ਮੈਨੂੰ ਉਹਨਾਂ ਦੀ ਕਹੀ ਹੋਈ ਹਰ ਗੱਲ ਯਾਦ ਆ ਰਹੀ ਸੀ, ਜਦੋਂ ਉਹ ਇੱਕ ਦਿਨ ਮੈਨੂੰ ਕਹਿ ਰਹੀ ਸੀ ਕਿ ਜੋ ਅੱਜ ਉੱਪਰ ਵਾਲੇ ਦੀ ਦਿੱਤੀ ਹੋਈ ਨਿਮਤ ਨੂੰ ਟਕਰਾਉਂਦੇ ਆ ਨਾ, ਉਹ ਆਪਣੇ ਮੁਕੱਦਰ ਵਿੱਚੋਂ ਅਜਮਾਇਸ਼ ਲੈ ਦਿੰਦਾ ਤੇ ਮੈਂ ਆਪਣੀ ਕਿਸਮਤ ਵਿੱਚ ਆਈ ਹੋਈ ਨਿਮਤ ਨੂੰ ਘੁੱਟ ਕੇ ਨਹੀਂ ਫੜਿਆ ਸੀ। ਇਸ ਲਈ ਮੇਰੀ ਰਾਧਿਕਾ ਨੂੰ ਮੇਰੇ ਤੋਂ ਖੋਹ ਲਿਆ ਗਿਆ। ਅਸੀਂ ਇੱਕ ਚੰਗੇ ਘਰਾਣੇ ਨਾਲ ਤਾਲੁਕ ਰੱਖਦੇ ਸੀ। ਮੇਰੇ ਪਾਪਾ ਫੌਜ ਵਿੱਚ ਚੰਗੇ ਪਦ ਤੇ ਸੀ। ਜਦੋਂ ਉਹਨਾਂ ਦਾ ਤਬਾਦਲਾ ਦਿੱਲੀ ਦੇ ਵੱਲ ਹੋਇਆ ਸੀ, ਉੱਥੇ ਇੱਕ ਵੱਡਾ ਹਾਦਸਾ ਹੋਇਆ ਤੇ ਕਈ ਪਰਿਵਾਰ ਉੱਜੜ ਗਏ। ਮੇਰੇ ਪਾਪਾ ਨੇ ਉੱਥੇ ਸਭ ਦੀ ਮਦਦ ਕੀਤੀ। ਉਸ ਵਕਤ ਮੇਰੇ ਪਾਪਾ ਨੂੰ ਇੱਕ ਬੱਚੀ ਮਿਲੀ ਸੀ। ਬੱਚੀ ਬਹੁਤ ਮਾਸੂਮ ਸੀ, ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ। ਦੇਸ਼ ਦੇ ਹਾਲਾਤ ਵੀ ਚੰਗੇ ਨਹੀਂ ਸੀ, ਇਸ ਲਈ ਪਾਪਾ ਨੇ ਉਸ ਨੂੰ ਕਿਸੇ ਅਨਾਥ ਆਸ਼ਰਮ ਵਿੱਚ ਭੇਜਣ ਦਾ ਵਿਚਾਰ ਨਾ ਕੀਤਾ।
ਜਦੋਂ ਪਾਪਾ ਉੱਥੋਂ ਵਾਪਸ ਆਏ ਤਾਂ ਉਹਨਾਂ ਦੇ ਨਾਲ ਉਹ ਛੋਟੀ ਬੱਚੀ ਵੀ ਸੀ। ਉਸ ਨੂੰ ਦੇਖ ਕੇ ਮੇਰੀ ਮਾਂ ਨੇ ਹੰਗਾਮਾ ਮਚਾ ਦਿੱਤਾ। ਮਾਂ ਜ਼ੋਰ ਨਾਲ ਚੀਕਦੀ ਹੋਈ ਪਾਪਾ ਨੂੰ ਕਹਿ ਰਹੀ ਸੀ ਕਿ ਕਿਸ ਦੀ ਬੱਚੀ ਨੂੰ ਚੁੱਕ ਕੇ ਲੈ ਕੇ ਆਇਓ, ਇਹ ਤੇਰੀ ਨਜਾਇਜ਼ ਔਲਾਦ ਆ, ਸਾਨੂੰ ਝੂਠ ਬੋਲ ਰਹੇ ਆ। ਪਾਪਾ ਉਹਨਾਂ ਨੂੰ ਸਮਝਾ ਰਹੇ ਸੀ ਕਿ ਜਿਵੇਂ ਤੂੰ ਸੋਚ ਰਹੀ ਆ ਅਜਿਹਾ ਕੁਝ ਵੀ ਨਹੀਂ, ਲੇਕਿਨ ਮਾਂ ਕੁਝ ਸਮਝਣ ਨੂੰ ਤਿਆਰ ਹੀ ਨਹੀਂ ਸੀ। ਉਸ ਵਕਤ ਮੇਰੀ ਉਮਰ 4 ਸਾਲ ਦੀ ਸੀ ਤੇ ਮੇਰੀ ਭੈਣ 6 ਸਾਲ ਦੀ, ਇਸ ਲਈ ਸਾਨੂੰ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਸੀ। ਮਾਂ ਨੇ ਹੰਗਾਮਾ ਕਰਦੇ ਹੋਏ ਮਾਮਾ ਜੀ ਨੂੰ ਘਰ ਬੁਲਾ ਲਿਆ। ਮੇਰੇ ਮਾਮਾ ਜੀ ਜੋ ਕਿ ਪਾਪਾ ਦੇ ਨਾਲ ਹੀ ਫੌਜ ਵਿੱਚ ਸੀ, ਉਹਨਾਂ ਦੇ ਆਉਂਦੇ ਹੀ ਕਿਹਾ, ਬੱਚੀ ਉਸ ਹਾਦਸੇ ਦੇ ਦੌਰਾਨ ਮਿਲੀ ਆ, ਇਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਮੈਂ ਇਸ ਨੂੰ ਮਨਾ ਵੀ ਕੀਤਾ ਸੀ ਕਿ ਇਸ ਬੱਚੀ ਨੂੰ ਨਾ ਲੈ ਕੇ ਜਾ, ਲੇਕਿਨ ਇਹ ਖੁਦ ਬੇਟੀ ਦਾ ਬਾਪ ਆ, ਇਸ ਲਈ ਇਸ ਨੂੰ ਉਸ ਦੀ ਪਰਵਾਹ ਹੋਈ ਤੇ ਉਹ ਇਸ ਨੂੰ ਘਰ ਲੈ ਆਇਆ। ਮਾਮਾ ਜੀ ਦੇ ਸਮਝਾਉਣ ਤੇ ਮੇਰੀ ਮਾਂ ਥੋੜਾ ਸ਼ਾਂਤ ਹੋ ਗਈ, ਲੇਕਿਨ ਫਿਰ ਵੀ ਉਹਨਾਂ ਨੇ ਉਸ ਬੱਚੀ ਨੂੰ ਘਰ ਵਿੱਚੋਂ ਕੱਢਣ ਦੀ ਜਿੱਦ ਨਹੀਂ ਛੱਡੀ। ਜਿਵੇਂ ਹੀ ਮਾਮਾ ਘਰ ਤੋਂ ਬਾਹਰ ਗਿਆ, ਮਾਂ ਨੇ ਫਿਰ ਤੋਂ ਹੰਗਾਮਾ ਮਚਾ ਦਿੱਤਾ ਕਿ ਇਸ ਬੱਚੀ ਨੂੰ ਘਰ ਤੋਂ ਕੱਢੋ। ਤਾਂ ਪਾਪਾ ਨੇ ਕਿਹਾ ਕਿ ਆਪਾਂ ਖੁਦ ਇੱਕ ਬੇਟੀ ਦੇ ਮਾਤਾ ਪਿਤਾ ਆ, ਆਪਾਂ ਕਿਵੇਂ ਇਸ ਬੱਚੀ ਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਸਕਦੇ ਹਾਂ, ਕਿਵੇਂ ਦਰਿੰਦਿਆਂ ਦੇ ਹਵਾਲੇ ਕਰ ਸਕਦੇ ਹਾਂ ਜੋ ਕਿ ਮੁਸ਼ਕਲਾਂ ਨਾਲ 5 ਸਾਲਾਂ ਦੀ ਆ। ਜੇ ਆਪਾਂ ਕਿਸੇ ਅਨਾਥ ਦਾ ਭਲਾ ਕਰਾਂਗੇ ਤਾਂ ਉੱਪਰ ਵਾਲਾ ਵੀ ਆਪਾਂ ਨੂੰ ਆਸ਼ੀਰਵਾਦ ਦੇਵੇਗਾ। ਪਾਪਾ ਨੇ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮਾਂ ਉਹਨਾਂ ਦੇ ਸਾਹਮਣੇ ਮੰਨ ਵੀ ਗਈ, ਲੇਕਿਨ ਜਿਵੇਂ ਪਾਪਾ ਘਰ ਤੋਂ ਬਾਹਰ ਜਾਂਦੇ, ਮਾਂ ਦਾ ਵਿਹਾਰ ਉਸ ਬੱਚੀ ਰਾਧਿਕਾ ਦੇ ਨਾਲ ਬਹੁਤ ਬੁਰਾ ਹੁੰਦਾ। ਮਾਂ ਉਸ ਨੂੰ ਖਾਣ ਪੀਣ ਦੇ ਲਈ ਤਰਸਾਉਂਦੀ, ਸਾਡਾ ਬਚਿਆ ਹੋਇਆ ਖਾਣਾ ਉਸ ਨੂੰ ਦਿੰਦੀ। ਉਹ ਸਾਨੂੰ ਦੇਖਦੀ ਰਹਿੰਦੀ, ਲੇਕਿਨ ਨਾ ਮੈਨੂੰ ਤੇ ਨਾ ਹੀ ਮੇਰੀ ਭੈਣ ਨੂੰ ਉਸ ਨਾਲ ਕੋਈ ਫਰਕ ਪੈਂਦਾ ਸੀ। ਮਾਂ ਸਾਨੂੰ ਉਸ ਤੋਂ ਦੂਰ ਦੂਰ ਰੱਖਦੀ। ਜਦੋਂ ਸਾਡਾ ਸਕੂਲ 'ਚ ਦਾਖਲਾ ਹੋਇਆ ਤਾਂ ਪਾਪਾ ਨੇ ਰਾਧਿਕਾ ਦਾ ਵੀ ਸਕੂਲ 'ਚ ਦਾਖਲਾ ਕਰਵਾ ਦਿੱਤਾ। ਜਦੋਂ ਮਾਂ ਨੂੰ ਇਹ ਗੱਲ ਪਤਾ ਚੱਲੀ ਤਾਂ ਮਾਂ ਦਾ ਗੁੱਸਾ 7ਵੇਂ ਅਸਮਾਨ ਤੇ ਸੀ। ਮਾਂ ਨੇ ਰਾਧਿਕਾ ਨੂੰ ਮਾਰ ਮਾਰ ਕੇ ਕਿਹਾ ਕਿ ਤੂੰ ਆਪਣੇ ਪਿਤਾ ਨੂੰ ਕਹਿ ਦੇ ਕਿ ਤੂੰ ਸਕੂਲ ਨਹੀਂ ਜਾਵੇਂਗੀ। ਰਾਧਿਕਾ ਮੇਰੀ ਮਾਂ ਤੋਂ ਬਹੁਤ ਡਰਦੀ ਸੀ, ਇਸ ਲਈ ਉਸਨੇ ਪਾਪਾ ਨੂੰ ਕਹਿ ਦਿੱਤਾ ਕਿ ਮੈਂ ਪੜ੍ਹਾਈ ਨਹੀਂ ਕਰਨੀ। ਪਾਪਾ ਮੇਰੇ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰਾਧਿਕਾ ਨੇ ਮਾਂ ਦੇ ਡਰ ਨਾਲ ਇਨਕਾਰ ਕਰ ਦਿੱਤਾ। ਮਾਂ ਦਾ ਇਹ ਅਤਿਆਚਾਰ ਦੇਖ ਕੇ ਮੈਨੂੰ ਨਾ ਜਾਣੇ ਕਿਉਂ ਬੁਰਾ ਲੱਗਣ ਲੱਗਿਆ ਸੀ। ਮੈਂ ਬਚਪਨ ਤੋਂ ਹੀ ਰਾਧਿਕਾ ਉੱਤੇ ਅਤਿਆਚਾਰ ਹੁੰਦੇ ਦੇਖ ਰਿਹਾ ਸੀ। ਹੁਣ ਮੈਂ 15 ਸਾਲ ਦਾ ਸੀ ਕਿ ਮੈਂ ਰਾਧਿਕਾ ਦੇ ਲਈ ਆਪਣੀ ਮਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਮੈਂ ਵਾਰ-ਵਾਰ ਮਾਂ ਨੂੰ ਸਮਝਾਉਂਦਾ ਰਹਿੰਦਾ ਕਿ ਤੁਸੀਂ ਗਲਤ ਕਰ ਰਹੇ ਹੋ। ਮੈਨੂੰ ਰਾਧਿਕਾ ਦੀ ਸਾਈਡ ਲੈਂਦਾ ਦੇਖ ਕੇ ਮਾਂ ਮੈਨੂੰ ਕਹਿਣ ਲੱਗਦੀ, ਤੂੰ ਕਿਉਂ ਉਸ ਕੁੜੀ ਦੀ ਇੰਨੀ ਤਰਫਦਾਰੀ ਕਰਦਾ, ਉਹ ਤੇਰੀ ਕੁਝ ਨਹੀਂ ਲੱਗਦੀ। ਫਿਰ ਮੇਰੀ ਵਜ੍ਹਾ ਨਾਲ ਮਾਂ ਉਲਟਾ ਸਿੱਧਾ ਰਾਧਿਕਾ ਉੱਤੇ ਅਤਿਆਚਾਰ ਕਰਨ ਲੱਗਦੀ ਤੇ ਕਹਿੰਦੀ ਕਿ ਤੂੰ ਮੇਰੇ ਬੇਟੇ ਨੂੰ ਮੇਰੇ ਖਿਲਾਫ ਖੜਾ ਕਰ ਦਿੱਤਾ, ਮੈਂ ਤੈਨੂੰ ਕਦੇ ਮਾਫ ਨਹੀਂ ਕਰਾਂਗੀ। ਰਾਧਿਕਾ ਮਾਂ ਦੇ ਸਾਰੇ ਅਤਿਆਚਾਰ ਸਹਿ ਕੇ ਵੀ ਚੁੱਪ ਹੋ ਜਾਂਦੀ ਤੇ ਰੋਂਦੀ ਰਹਿੰਦੀ। ਤਾਂ ਮੈਂ ਸੋਚ ਲਿਆ ਕਿ ਜਦੋਂ ਮੈਂ 18 ਸਾਲ ਦਾ ਹੋ ਜਾਵਾਂਗਾ ਤਾਂ ਰਾਧਿਕਾ ਨੂੰ ਲੈ ਕੇ ਇੱਥੋਂ ਚਲਾ ਜਾਵਾਂਗਾ, ਲੇਕਿਨ ਉਦੋਂ ਤੱਕ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਤੇ ਮੈਨੂੰ ਰਾਧਿਕਾ ਨੂੰ ਰੱਖਣ ਦੇ ਲਈ ਇੱਕ ਘਰ ਦੀ ਜ਼ਰੂਰਤ ਸੀ। ਇੱਕ ਦਿਨ ਹੱਦ ਹੀ ਹੋ ਗਈ, ਮੈਂ ਕਾਲਜ ਗਿਆ ਹੋਇਆ ਸੀ ਤਾਂ ਪਿੱਛੋਂ ਤੋਂ ਮੇਰੀ ਮਾਂ ਨੇ ਰਾਧਿਕਾ ਦੇ ਲਈ ਰਿਸ਼ਤੇ ਵਾਲਿਆਂ ਨੂੰ ਬੁਲਾ ਲਿਆ। ਜਦੋਂ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਰਾਧਿਕਾ ਦਾ ਰਿਸ਼ਤਾ ਆਇਆ ਤਾਂ ਮੈਂ ਗੁੱਸੇ ਹੋਣ ਲੱਗਿਆ। ਮੈਂ ਮਾਂ ਨੂੰ ਕਹਿ ਦਿੱਤਾ ਕਿ ਮੈਂ ਵਿਆਹ ਕਰਵਾਵਾਂਗਾ ਤਾਂ ਸਿਰਫ ਰਾਧਿਕਾ ਦੇ ਨਾਲ ਕਰੂੰਗਾ। ਮੇਰੀ ਗੱਲ ਸੁਣ ਕੇ ਮੇਰੀ ਮਾਂ ਉਲਟਾ ਮੇਰੇ ਉੱਤੇ ਹੀ ਗੁੱਸਾ ਹੋਣ ਲੱਗੀ, ਕਹਿਣ ਲੱਗੀ, ਇਹਨੇ ਤੇਰੇ ਉੱਤੇ ਕੀ ਜਾਦੂ ਕੀਤਾ? ਪਹਿਲਾਂ ਮੇਰੇ ਪਤੀ ਨੂੰ ਮੇਰੇ ਤੋਂ ਖੋਹ ਲਿਆ, ਹੁਣ ਤੈਨੂੰ ਵੀ ਮੇਰੇ ਤੋਂ ਖੋਹਣਾ ਚਾਹੁੰਦੀ ਆ। ਮੈਂ ਉਸ ਕੁੜੀ ਨੂੰ ਮਾਰ ਦੇਵਾਂਗੀ। ਤੁਸੀਂ ਉਸ ਨੂੰ ਕਿਉਂ ਮਾਰੋਗੇ? ਮੈਂ ਖੁਦ ਹੀ ਮਰ ਜਾਣਾ। ਫਿਰ ਮੈਂ ਆਪਣੀ ਨਾੜ ਕੱਟ ਲਈ। ਮੇਰੀ ਹਰਕਤ ਉੱਤੇ ਮੇਰੇ ਮਾਂ-ਬਾਪ ਨੇ ਹਾਰ ਮੰਨ ਲਈ। ਮੇਰੇ ਮਾਂ-ਬਾਪ ਨੇ ਕਿਹਾ, ਠੀਕ ਆ, ਜਿਵੇਂ ਤੂੰ ਚਾਹੇਗਾ ਉਵੇਂ ਹੋਵੇਗਾ, ਲੇਕਿਨ ਪਹਿਲਾਂ ਤੈਨੂੰ ਆਰਮੀ ਜੁਆਇਨ ਕਰਨੀ ਪਵੇਗੀ, ਕਿਉਂਕਿ ਉਹ ਮੇਰੀ ਇੱਕ ਸ਼ਰਤ ਮੰਨ ਰਹੇ ਆ। ਇਸ ਲਈ ਮੈਂ ਵੀ ਉਹਨਾਂ ਦੀ ਸ਼ਰਤ ਮੰਨ ਲਈ। ਫਿਰ ਮੈਂ ਆਰਮੀ ਅਕੈਡਮੀ ਜਾਣ ਦੇ ਲਈ ਤਿਆਰੀ ਕਰ ਲਈ, ਲੇਕਿਨ ਮੈਂ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਮੇਰੀ ਅਕੈਡਮੀ ਜਾਣ ਤੋਂ ਪਹਿਲਾਂ ਤੁਸੀਂ ਮੇਰਾ ਵਿਆਹ ਰਾਧਿਕਾ ਨਾਲ ਕਰਵਾ ਦਿਓ। ਇਹ ਸੁਣ ਕੇ ਮੇਰੇ ਮਾਂ-ਬਾਪ ਦੰਗ ਰਹਿ ਗਏ ਕਿ ਉਹਨਾਂ ਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਇਸ ਲਈ ਮਜਬੂਰੀ 'ਚ ਉਹਨਾਂ ਨੂੰ ਪੂਰੇ ਸਮਾਜ ਦੇ ਸਾਹਮਣੇ ਮੇਰਾ ਵਿਆਹ ਰਾਧਿਕਾ ਨਾਲ ਕਰਵਾਉਣਾ ਪਿਆ। ਮੈਂ ਰਾਧਿਕਾ ਨੂੰ ਬਹੁਤ ਅਹਿਮੀਅਤ ਦਿੱਤੀ, ਕਿਹਾ ਕਿ ਆਪਣਾ ਖਿਆਲ ਰੱਖੀ ਤੇ ਜੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਤਾਂ ਮੇਰੀ ਭੈਣ ਨੂੰ ਕਹਿ ਦੇਵੀਂ। ਜੇ ਮਾਂ ਕੁਝ ਕਵੇ ਵੀ ਤਾਂ ਤੂੰ ਸ਼ਾਂਤੀ ਨਾਲ ਸੁਣ ਲਵੀਂ। ਉਹ ਮੇਰੇ ਵੱਲ ਦੇਖ ਰਹੀ ਸੀ, ਉਸ ਦੀਆਂ ਅੱਖਾਂ ਜੂਆਂ ਨਾਲ ਭਰੀਆਂ ਹੋਈਆਂ ਸੀ। ਉਸ ਦੀ ਖੂਬਸੂਰਤੀ ਮੈਨੂੰ دیਵਾਨਾ ਕਰ ਰਹੀ ਸੀ, ਲੇਕਿਨ ਮੈਂ ਸੰਜਮ ਰੱਖਣਾ ਚਾਹੁੰਦਾ ਸੀ ਕਿਉਂਕਿ ਉਹ ਮੇਰੀ ਹੀ ਸੀ।
ਮੈਂ ਉਸ ਨੂੰ ਇੰਨੇ ਲੋਕਾਂ ਦੇ ਵਿੱਚ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਮੇਰਾ ਦਿਲ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਜੇ ਮੈਂ ਉਸ ਨੂੰ ਇੱਥੇ ਛੱਡ ਕੇ ਗਿਆ ਤਾਂ ਮੈਂ ਉਸ ਨੂੰ ਗਵਾ ਦੇਵਾਂਗਾ। ਲੇਕਿਨ ਮਜਬੂਰੀ ਵਿੱਚ ਮੈਨੂੰ ਉਸ ਨੂੰ ਛੱਡ ਕੇ ਜਾਣਾ ਹੀ ਪਿਆ। ਘਰ ਦੀ ਦਹਲੀਜ਼ ਪਾਰ ਕਰਦੇ ਹੋਏ ਮੇਰਾ ਦਿਲ ਬਹੁਤ ਬੇਚੈਨ ਹੋ ਰਿਹਾ ਸੀ। ਮੇਰਾ ਦਿਲ ਮੈਨੂੰ ਕਹਿ ਰਿਹਾ ਸੀ ਕਿ ਸ਼ਾਇਦ ਇਹ ਉਸ ਦਾ ਆਖਰੀ ਦੀਦਾਰ ਹੈ। ਇਨ੍ਹਾਂ 2 ਸਾਲਾਂ ਵਿੱਚ ਮੈਂ ਰਾਧਿਕਾ ਨਾਲ ਕਦੇ ਗੱਲ ਨਹੀਂ ਕੀਤੀ। ਜਦੋਂ ਵੀ ਮੰਮੀ ਨੂੰ ਕਹਿੰਦਾ ਕਿ ਰਾਧਿਕਾ ਨਾਲ ਗੱਲ ਕਰਵਾ ਦਿਓ ਤਾਂ ਮੰਮੀ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਹੈ ਅਤੇ ਇਸ ਤਰ੍ਹਾਂ ਹੀ 2 ਸਾਲ ਲੰਘ ਗਏ। ਜਦੋਂ 2 ਸਾਲ ਬਾਅਦ ਮੈਂ ਘਰ ਵਾਪਸ ਆਇਆ ਤਾਂ ਮੈਂ ਰਾਧਿਕਾ ਨੂੰ ਲੱਭਿਆ, ਲੇਕਿਨ ਉਹ ਕਿਤੇ ਨਾ ਮਿਲੀ। ਮੈਂ ਮਾਂ ਨੂੰ ਪੁੱਛਿਆ ਕਿ ਰਾਧਿਕਾ ਕਿੱਥੇ ਆ, ਤਾਂ ਮਾਂ ਕਹਿਣ ਲੱਗੀ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਆ। ਮੇਰੀ ਭੈਣ ਕੁਝ ਬੋਲਣ ਵਾਲੀ ਸੀ, ਲੇਕਿਨ ਮੇਰੀ ਮਾਂ ਨੇ ਉਸ ਨੂੰ ਘੂਰ ਕੇ ਚੁੱਪ ਕਰਵਾ ਦਿੱਤਾ। ਮੈਂ ਸਮਝ ਗਿਆ ਕਿ ਦਾਲ 'ਚ ਕੁਝ ਕਾਲਾ। ਮਾਂ ਨੇ ਹੀ ਕੁਝ ਕੀਤਾ। ਮੈਂ ਪਾਪਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਪਾਪਾ ਵੀ ਚੁੱਪ ਰਹੇ। ਇਹ ਸਭ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ। ਤਾਂ ਉਸ ਦਿਨ ਮੈਂ ਮਾਂ ਨੂੰ ਗੁੱਸੇ ਨਾਲ ਪੁੱਛਿਆ ਕਿ ਮਾਂ ਦੱਸੋ ਰਾਧਿਕਾ ਕਿੱਥੇ ਆ? ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੇਰੀ ਪਤਨੀ ਦਾ ਖਿਆਲ ਰੱਖੋਗੇ, ਪਰ ਤੁਸੀਂ ਤਾਂ ਕੁਝ ਹੋਰ ਹੀ ਕਹਿ ਰਹੇ ਹੋ। ਦੱਸੋ ਮੰਮੀ, ਮੇਰੀ ਪਤਨੀ ਕਿੱਥੇ ਆ? ਉਹ ਕਿੱਥੇ ਜਾ ਸਕਦੀ ਆ? ਮੇਰੀ ਗੱਲ ਸੁਣ ਕੇ ਮੰਮੀ ਨੇ ਬਸ ਇਹੀ ਕਿਹਾ ਕਿ ਮੈਂ ਸੱਚ ਕਹਿ ਰਹੀ ਹਾਂ, ਤੇਰੀ ਪਤਨੀ ਭੱਜ ਚੁੱਕੀ ਹੈ ਆਪਣੇ ਪ੍ਰੇਮੀ ਦੇ ਨਾਲ। ਮੈਨੂੰ ਮੰਮੀ ਦੀ ਕਿਸੇ ਵੀ ਗੱਲ ਉੱਤੇ ਯਕੀਨ ਨਹੀਂ ਸੀ। ਤਾਂ ਮੈਂ ਰਾਧਿਕਾ ਨੂੰ ਲੱਭਣ ਲੱਗਿਆ ਪਰ ਉਸ ਦਾ ਕੋਈ ਨਿਸ਼ਾਨ ਨਾ ਮਿਲਿਆ। ਦਿਨ ਬ ਦਿਨ ਮੇਰੀ ਤਬੀਅਤ ਵਿਗੜਨ ਲੱਗੀ। ਮੇਰੀ ਹਾਲਤ ਦੇਖ ਕੇ ਮਾਂ ਵੀ ਬਿਮਾਰ ਪੈਣ ਲੱਗੀ। ਉਸ ਨੂੰ ਹਾਰਟ ਅਟੈਕ ਆ ਗਿਆ। ਮੈਂ ਉਹਨਾਂ ਦਾ ਖਿਆਲ ਰੱਖਿਆ, ਉਹਨਾਂ ਦਾ ਸਾਰਾ ਖਰਚਾ ਚੁੱਕਿਆ, ਲੇਕਿਨ ਮੇਰੀ ਉਹਨਾਂ ਨਾਲ ਬੋਲਚਾਲ ਬੰਦ ਸੀ। ਮੇਰੀ ਭੈਣ ਕਹਿੰਦੀ ਸੀ ਕਿ ਮਾਂ ਨਾਲ ਚੰਗੀ ਤਰ੍ਹਾਂ ਗੱਲ ਕਰ ਲਾ, ਲੇਕਿਨ ਉਹਨਾਂ ਨੇ ਜੋ ਦੁੱਖ ਮੈਨੂੰ ਦਿੱਤਾ ਸੀ ਉਸ ਨਾਲ ਮੇਰਾ ਦਿਲ ਟੁੱਟ ਗਿਆ ਸੀ। ਇੱਕ ਦਿਨ ਜਦੋਂ ਮੈਂ ਘਰ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਮੈਨੂੰ ਮੇਰੇ ਸਰ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਰਾਧਿਕਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਹਨਾਂ ਨੇ ਉਸ ਆਦਮੀ ਦੇ ਬਾਰੇ ਵਿੱਚ ਦੱਸਿਆ ਜਿਸ ਨੇ ਰਾਧਿਕਾ ਨੂੰ ਖਰੀਦ ਲਿਆ ਸੀ। ਮੈਨੂੰ ਇਹ ਜਾਣ ਕੇ ਬਹੁਤ ਅਫਸੋਸ ਹੋਇਆ ਕਿ ਮੇਰੀ ਮਾਂ ਆਪਣੀ ਨਫ਼ਰਤ ਵਿੱਚ ਇੰਨੀ ਡਿੱਗ ਸਕਦੀ ਆ ਕਿ ਮੇਰੀ ਪਤਨੀ ਨੂੰ ਹੀ ਵੇਚ ਦਿੱਤਾ। ਮੇਰੀ ਮਾਂ ਨੇ ਜਿਸ ਨਾਲ ਰਾਧਿਕਾ ਦਾ ਸੌਦਾ ਕੀਤਾ ਸੀ ਉਹ ਆਦਮੀ ਬਹੁਤ ਅਮੀਰ ਸੀ ਤੇ ਉਸ ਨਾਲ ਮਿਲਣਾ ਬਹੁਤ ਮੁਸ਼ਕਲ ਸੀ, ਲੇਕਿਨ ਰਾਧਿਕਾ ਦੇ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਸੀ। ਮੈਨੂੰ ਆਪਣੇ ਕੁਝ ਜਾਣਕਾਰਾਂ ਤੋਂ ਪਤਾ ਚੱਲਿਆ ਕਿ ਉਹ ਰੋਜ਼ ਸ਼ਾਮ ਨੂੰ 4 ਵਜੇ ਪਿੰਡ ਚੋਂ ਦੀ ਲੰਘਦਾ। ਮੈਂ ਉਸ ਜਗ੍ਹਾ ਤੇ ਜਾ ਕੇ ਖੜਾ ਹੋ ਗਿਆ ਤੇ ਅਚਾਨਕ ਉਸ ਦੀ ਕਾਰ ਦੇ ਸਾਹਮਣੇ ਆ ਗਿਆ। ਉਸ ਦੇ ਡਰਾਈਵਰ ਨੇ ਗੱਡੀ ਰੋਕ ਦਿੱਤੀ ਤੇ ਕਿਹਾ ਕਿ ਇੰਨਾ ਹੋ ਗਿਆ, ਦਿਖਦਾ ਨਹੀਂ? ਮੈਂ ਕਿਹਾ ਗਰੀਬ ਆ, ਇਸ ਜ਼ਮਾਨੇ ਵਿੱਚ ਮੌਤ ਦੇ ਇਲਾਵਾ ਹੋਰ ਕੀ ਨਜ਼ਰ ਆਉਂਦਾ? ਮੇਰੀ ਇਹ ਗੱਲ ਸੁਣ ਕੇ ਉਹ ਚੌਂਕ ਗਿਆ ਤਾਂ ਆਪਣੀ ਗੱਡੀ ਚੋਂ ਨਿਕਲ ਕੇ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਮੈਨੂੰ ਜਾਂਚ ਦੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਕਹਿਣ ਲੱਗਿਆ, ਕੀ ਹੋਇਆ? ਕੀ ਮਾਮਲਾ ਤੇਰੇ ਨਾਲ? ਮੈਂ ਗਰੀਬ ਜਿਹਾ ਸ਼ਕਲ ਬਣਾਉਂਦੇ ਹੋਏ ਨੇ ਕਿਹਾ ਕਿ ਸਾਹਿਬ, ਮੈਨੂੰ ਨੌਕਰੀ ਦੀ ਜ਼ਰੂਰਤ ਆ ਤੇ ਇਸ ਜ਼ਮਾਨੇ 'ਚ ਮੇਰੇ ਵਰਗੇ ਅਨਪੜ੍ਹ ਨੂੰ ਕਿੱਥੇ ਨੌਕਰੀ ਮਿਲ ਸਕਦੀ ਆ, ਇਸ ਲਈ ਮੈਂ ਮਰਨਾ ਚਾਹ ਰਿਹਾ। ਉਸਨੇ ਮੈਨੂੰ ਕਿਹਾ ਕਿ ਮੇਰੇ ਘਰ ਵਿੱਚ ਇੱਕ ਹੈਲਪਰ ਦੀ ਜ਼ਰੂਰਤ ਆ, ਤੈਨੂੰ ਮੇਰੇ ਘਰ ਕੰਮ ਕਰਨਾ ਪਵੇਗਾ। ਮੈਂ ਤੁਰੰਤ ਹਾਮੀ ਭਰ ਦਿੱਤੀ। ਮਾਲਕ, ਕਿਉਂ ਨਹੀਂ, ਮੈਂ ਤੁਹਾਡੀ ਸੇਵਾ ਵਿੱਚ ਹਮੇਸ਼ਾ ਦੇ ਲਈ ਹਾਜ਼ਰ ਰਹਾਂਗਾ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਕਿਉਂਕਿ ਅੱਜ ਰਾਧਿਕਾ ਦਾ ਦੀਦਾਰ ਹੋਣ ਵਾਲਾ ਸੀ, ਜਿਸ ਨੂੰ ਮੈਂ ਨਾ ਜਾਣੇ ਕਦੋਂ ਤੋਂ ਲੱਭ ਰਿਹਾ ਸੀ। ਜਿਵੇਂ ਹੀ ਮੈਂ ਉਸਦੇ ਘਰ ਪਹੁੰਚਿਆ ਤਾਂ ਉਹ ਮੈਨੂੰ ਕਿਤੇ ਨਜ਼ਰ ਨਾ ਆਈ। ਰਾਧਿਕਾ ਨੂੰ ਨਾ ਪਾ ਕੇ ਮੈਂ ਬੁਰੀ ਤਰ੍ਹਾਂ ਦੁਖੀ ਹੋ ਚੁੱਕਿਆ ਸੀ। ਇਸ ਲਈ ਉੱਥੋਂ ਦੇ ਦੂਜੇ ਨੌਕਰਾਂ ਨੂੰ ਰਾਧਿਕਾ ਦੇ ਬਾਰੇ 'ਚ ਪੁੱਛਿਆ। ਉੱਥੋਂ ਦੇ ਨੌਕਰ ਆਪਣੀ ਮਾਲਕਣ ਦੀ ਸੁੰਦਰਤਾ ਦੀ ਤਾਰੀਫ ਕਰਦੇ ਨਹੀਂ ਥੱਕਦੇ ਸੀ ਤੇ ਮੈਂ ਜਾਣ ਚੁੱਕਿਆ ਸੀ ਕਿ ਮੇਰੀ ਪਤਨੀ ਰਾਧਿਕਾ ਇੱਥੇ ਰਾਖਸ਼ ਦੇ ਕਬਜ਼ੇ ਵਿੱਚ ਆ ਤੇ ਰਾਧਿਕਾ ਨੂੰ ਉਸ ਆਦਮੀ ਤੋਂ ਛਡਾਉਣਾ ਬਹੁਤ ਹੀ ਮੁਸ਼ਕਲ ਸੀ। ਫਿਰ ਉਸ ਦਿਨ ਮੈਂ ਆਪਣੀ ਰਾਧਿਕਾ ਨੂੰ ਦੇਖ ਲਿਆ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਦੇਖੇਗੀ ਤਾਂ ਖੁਸ਼ ਹੋ ਕੇ ਮੇਰੇ ਕੋਲ ਆਵੇਗੀ, ਲੇਕਿਨ ਅਜਿਹਾ ਕੁਝ ਨਹੀਂ ਹੋਇਆ। ਉਸਨੇ ਮੈਨੂੰ ਦੇਖ ਕੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਕਿਉਂ? ਉਹ ਸ਼ਾਇਦ ਮੇਰੇ ਨਾਲ ਨਾਰਾਜ਼ ਸੀ ਤੇ ਉਸ ਨੂੰ ਨਾਰਾਜ਼ ਹੋਣਾ ਵੀ ਚਾਹੀਦਾ ਸੀ ਕਿਉਂਕਿ ਮੈਂ ਉਸ ਦਾ ਪਤੀ ਸੀ ਤੇ ਮੈਂ ਉਸ ਦੀ ਹਿਫਾਜ਼ਤ ਨਹੀਂ ਕਰ ਪਾਇਆ। ਫਿਰ ਉਸ ਰਾਤ ਮੈਨੂੰ ਮੌਕਾ ਮਿਲ ਗਿਆ। ਰਜੇਸ਼, ਜਿਸ ਨੇ ਰਾਧਿਕਾ ਨੂੰ ਖਰੀਦਿਆ ਸੀ, ਉਹ ਉਸ ਦੇਸ਼ ਤੋਂ ਬਾਹਰ ਗਿਆ ਤਾਂ ਮੈਂ ਉਸ ਦਾ ਪੂਰਾ ਫਾਇਦਾ ਉਠਾਇਆ ਤੇ ਰਾਧਿਕਾ ਨੂੰ ਆਪਣੇ ਪਿਆਰ ਨਾਲ ਮਨਾ ਲਿਆ। ਹੁਣ ਬਸ ਮੈਨੂੰ ਰਜੇਸ਼ ਦੇ ਖਿਲਾਫ ਸਬੂਤ ਦੀ ਜ਼ਰੂਰਤ ਸੀ ਜੋ ਮੈਨੂੰ ਰਾਧਿਕਾ ਦੇ ਜ਼ਰੀਏ ਹੀ ਮਿਲ ਸਕਦੇ ਸੀ। ਉਸ ਰਾਤ ਦੇ ਬਾਅਦ ਫਿਰ ਤੋਂ ਮੇਰੀ ਰਾਧਿਕਾ ਨਾਲ ਗੱਲ ਨਹੀਂ ਹੋ ਪਾ ਰਹੀ ਸੀ ਕਿਉਂਕਿ ਰਜੇਸ਼ ਘਰ ਵਿੱਚ ਹੀ ਸੀ ਤੇ ਮੈਂ ਰਾਧਿਕਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ
ਪਰ ਮੈਨੂੰ ਕੋਈ ਵੀ ਮੌਕਾ ਨਹੀਂ ਮਿਲ ਰਿਹਾ ਸੀ। ਉਸ ਰਾਤ ਵੀ ਮੈਂ ਇੱਕ ਟੇਬਲ ਸਾਫ਼ ਕਰ ਰਿਹਾ ਸੀ ਕਿ ਉਸ ਆਦਮੀ ਨੇ ਕਿਹਾ, ਰਾਤ ਹੋ ਗਈ ਆ, ਤੂੰ ਆਪਣੇ ਕੁਆਟਰ 'ਚ ਜਾ। ਇਹ ਕਹਿ ਕੇ ਉਸਨੇ ਰਾਧਿਕਾ ਦਾ ਹੱਥ ਫੜਿਆ ਤੇ ਆਪਣੇ ਕਮਰੇ 'ਚ ਲੈ ਕੇ ਚਲਿਆ ਗਿਆ। ਰਾਧਿਕਾ ਦਾ ਹੱਥ ਕਿਸੇ ਹੋਰ ਦੇ ਹੱਥ 'ਚ ਦੇਖ ਕੇ ਮੇਰੇ ਦਿਲ ਵਿੱਚ ਤੂਫਾਨ ਉੱਠ ਰਿਹਾ ਸੀ, ਲੇਕਿਨ ਮੈਨੂੰ ਸਬਰ ਕਰਨਾ ਸੀ ਕਿਉਂਕਿ ਇਹ ਸਭ ਮੇਰੀ ਮਾਂ ਦੀ ਹੀ ਵਜ੍ਹਾ ਨਾਲ ਹੋਇਆ ਸੀ। ਅਗਲੇ ਦਿਨ ਜਦੋਂ ਮੈਂ ਉਸ ਘਰ ਦੇ ਕੰਮ ਕਰਨ ਗਿਆ ਤਾਂ ਮੈਂ ਦੇਖਿਆ ਕਿ ਰਾਧਿਕਾ ਦੀ ਖੂਬਸੂਰਤ ਬਾਹਾਂ ਉੱਤੇ ਸਿਗਰਟ ਦੇ ਜਲਨ ਦੇ ਨਿਸ਼ਾਨ ਸੀ ਤੇ ਉਸ ਦੀਆਂ ਅੱਖਾਂ ਦੀ ਰੋਣ ਦੀ ਗਵਾਹੀ ਦੇ ਰਹੀਆਂ ਸੀ। ਤੇ ਮੈਂ ਉਸ ਨੂੰ ਪੁੱਛਿਆ, ਰਾਧਿਕਾ ਕੀ ਹੋਇਆ? ਲੇਕਿਨ ਉਹ ਸਖਤ ਲਫ਼ਜ਼ਾਂ ਵਿੱਚ ਬੋਲੀ, ਆਪਣੇ ਕੰਮ ਨਾਲ ਕੰਮ ਰੱਖੋ। ਇੱਥੇ ਜਿਸ ਕੰਮ ਦੇ ਲਈ ਆਏ ਹੋ ਉਹ ਕਰੋ ਤੇ ਚਲੇ ਜਾਓ। ਜੇ ਰਜੇਸ਼ ਨੂੰ ਪਤਾ ਚੱਲ ਗਿਆ ਕਿ ਤੂੰ ਕੌਣ ਆ ਤਾਂ ਉਹ ਤੈਨੂੰ ਜਿਉਂਦਾ ਨਹੀਂ ਛੱਡੇਗਾ। ਉਸ ਦੇ ਅੰਦਾਜ਼ ਵਿੱਚ ਡਰ ਦੇਖ ਕੇ ਮੈਨੂੰ ਦੁੱਖ ਹੋਇਆ, ਪਰ ਮੈਂ ਵੀ ਆਪਣੇ ਅੰਦਰ ਦੇ ਗੁੱਸੇ ਨੂੰ ਬਾਹਰ ਕੱਢਿਆ ਤੇ ਕਿਹਾ ਕਿ ਮੈਂ ਜਾਣਨਾ ਕਿ ਉਹ ਰਾਖਸ਼ ਨੇ ਤੇਰੇ ਨਾਲ ਕੀ ਕੀਤਾ, ਕਿਉਂਕਿ ਮੈਂ ਤੇਰਾ ਪਤੀ ਹਾਂ ਤੇ ਮੈਨੂੰ ਸੱਚਾਈ ਜਾਣਨ ਦਾ ਪੂਰਾ ਹੱਕ ਆ। ਮੇਰੀ ਗੱਲ ਸੁਣ ਕੇ ਰਾਧਿਕਾ ਹੱਸ ਪਈ ਤੇ ਮੈਨੂੰ ਕਹਿ ਰਹੀ ਸੀ ਕਿ ਮੇਰੀ ਹਾਲਤ ਦੇ ਬਾਰੇ ਵਿੱਚ ਜਾਣਕਾਰੀ ਤਾਂ ਤੁਸੀਂ ਪਹਿਲਾਂ ਵੀ ਲੈ ਸਕਦੇ ਸੀ। ਉਸ ਵਕਤ ਤੁਸੀਂ ਕਿੱਥੇ ਸੀ ਸਾਹਿਲ, ਜਦੋਂ ਤੇਰੀ ਮਾਂ ਮੈਨੂੰ ਵੇਚ ਰਹੀ ਸੀ? ਉਹ ਆਪਣੀ ਨਫ਼ਰਤ ਨਾਲ ਇੰਨੀ ਅੰਨੀ ਹੋ ਚੁੱਕੀ ਸੀ ਕਿ ਉਸਨੇ ਇਹ ਤੱਕ ਨਹੀਂ ਦੇਖਿਆ ਕਿ ਮੈਂ ਤੇਰੀ ਪਤਨੀ ਆ। ਇਹ ਕਹਿ ਕੇ ਰਾਧਿਕਾ ਉੱਥੋਂ ਚਲੀ ਗਈ ਤੇ ਮੈਂ ਉਸ ਦੀ ਗੱਲ ਤੇ ਸ਼ਰਮਿੰਦਾ ਹੋ ਚੁੱਕਿਆ ਸੀ। ਮੈਨੂੰ ਆਪਣੀ ਮਾਂ ਤੇ ਗੁੱਸਾ ਆਉਣ ਲੱਗਿਆ, ਜਿਨ੍ਹਾਂ ਨੇ ਮੇਰੀ ਮੁਹੱਬਤ ਨੂੰ ਮੇਰੇ ਤੋਂ ਦੂਰ ਕਰ ਦਿੱਤਾ। ਮੈਂ ਉਸ ਦਾ ਪਤੀ ਹੋਣ ਦੇ ਬਾਵਜੂਦ ਵੀ ਉਸ ਦਾ ਭਰੋਸਾ ਨਹੀਂ ਜਿੱਤ ਪਾ ਰਿਹਾ ਸੀ, ਪਰ ਮੈਂ ਵੀ ਖੁਦ ਨਾਲ ਵਾਅਦਾ ਕੀਤਾ ਕਿ ਮੈਂ ਆਪਣੀ ਪਤਨੀ ਨੂੰ ਆਪਣਾ ਬਣਾ ਕੇ ਰਹਾਂਗਾ। ਉਸ ਰਾਤ ਦੇ ਬਾਅਦ ਮੈਂ ਰਜੇਸ਼ ਦਾ ਇੰਨਾ ਭਰੋਸਾ ਜਿੱਤ ਲਿਆ ਕਿ ਉਹ ਰਾਧਿਕਾ ਨੂੰ ਮੇਰੇ ਭਰੋਸੇ ਛੱਡ ਕੇ ਚਲਾ ਜਾਂਦਾ, ਪਰ ਮੇਰੀ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਰਾਧਿਕਾ ਮੇਰੇ ਨਾਲ ਗੱਲ ਨਾ ਕਰਦੀ। ਮੈਨੂੰ ਹੁਣ ਆਪਣੀ ਪਤਨੀ ਰਾਧਿਕਾ ਦਾ ਭਰੋਸਾ ਜਿੱਤਣਾ ਸੀ ਤਾਂ ਕਿ ਮੈਂ ਆਪਣੀ ਮਦਦ ਦੇ ਲਈ ਤਿਆਰ ਕਰ ਸਕਾਂ, ਤਾਂ ਮੈਂ ਉਸ ਨੂੰ ਇਸ ਫਸੇ ਹੋਏ ਹਾਲਾਤ ਤੋਂ ਬਾਹਰ ਕੱਢ ਸਕਾਂ। ਪਰ ਉਹ ਮੇਰੀ ਮਦਦ ਨਹੀਂ ਕਰਦੀ ਤਾਂ ਮੈਂ ਉਸ ਨੂੰ ਇਸ ਘਰ ਵਿੱਚੋਂ ਕਦੇ ਬਾਹਰ ਨਹੀਂ ਲਿਜਾ ਸਕਦਾ ਸੀ, ਕਿਉਂਕਿ ਰਜੇਸ਼ ਨੇ ਇਸ ਘਰ ਦੀ ਸੁਰੱਖਿਆ ਬਹੁਤ ਸਖਤ ਕਰ ਰੱਖੀ ਸੀ। ਹੁਣ ਉਹ ਰਾਧਿਕਾ ਦੇ ਬਾਰੇ ਵਿੱਚ ਸਿਰਫ ਮੇਰੇ ਉੱਤੇ ਵਿਸ਼ਵਾਸ ਕਰਨ ਲੱਗਿਆ ਸੀ। ਜਦੋਂ ਵੀ ਰਜੇਸ਼ ਆਫਿਸ ਚਲਿਆ ਜਾਂਦਾ ਤਾਂ ਮੈਂ ਕਿਸੇ ਨਾ ਕਿਸੇ ਬਹਾਨੇ ਰਾਧਿਕਾ ਦੇ ਕਰੀਬ ਹੋਣ ਦੀ ਕੋਸ਼ਿਸ਼ ਕਰਦਾ। ਮੈਂ ਜ਼ਿਆਦਾਤਰ ਦਿਨ ਦਾ ਸਮਾਂ ਰਾਧਿਕਾ ਦੇ ਆਸ-ਪਾਸ ਬਿਤਾਉਣ ਲੱਗਿਆ। ਮੈਨੂੰ ਸਭ ਸਮਝ ਆ ਰਿਹਾ ਸੀ ਕਿ ਰਾਧਿਕਾ ਮੈਨੂੰ ਦੇਖ ਕੇ ਚਿੜ ਰਹੀ ਆ। ਜਿੱਥੇ ਵੀ ਮੈਂ ਜਾਣਾ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਆ। ਜਦੋਂ ਮੈਂ ਆਪਣੇ ਪਤੀ ਹੋਣ ਦਾ ਹੱਕ ਉਸ ਉੱਤੇ ਜਤਾਉਂਦਾ ਸੀ ਤਾਂ ਉਹ ਮੈਨੂੰ ਦੂਰ ਕਰ ਦਿੰਦੀ। ਉਹ ਬਿਲਕੁਲ ਅਲੱਗ ਹੋ ਚੁੱਕੀ ਸੀ, ਲੇਕਿਨ ਹੁਣ ਮੈਂ ਉਸ ਦੇ ਲਈ ਪਾਗਲ ਹੋ ਗਿਆ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਮੈਂ ਆਪਣੀ ਪਤਨੀ ਨੂੰ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਪਤਨੀ ਹੋਣ ਦਾ ਦਰਜਾ ਨਹੀਂ ਦੇ ਸਕਦਾ। ਮੇਰੇ ਸਾਹਮਣੇ ਰਜੇਸ਼ ਵਰਗਾ ਪਰਾਇਆ ਮਰਦ ਮੇਰੀ ਪਤਨੀ ਦਾ ਹੱਥ ਫੜ ਸਕਦਾ ਸੀ, ਪਰ ਮੈਂ ਉਸ ਨੂੰ ਰੋਕ ਨਹੀਂ ਸਕਦਾ ਸੀ। ਇਹ ਸ਼ਾਇਦ ਮੇਰੀ ਲਾਪਰਵਾਹੀ ਦੀ ਵਜ੍ਹਾ ਨਾਲ ਹੋਇਆ ਸੀ ਤੇ ਮੈਨੂੰ ਹੀ ਹੁਣ ਸਭ ਕੁਝ ਠੀਕ ਕਰਨਾ ਸੀ। ਮੈਨੂੰ ਇਹ ਕੰਮ ਕਰਦੇ ਹੋਏ 1 ਮਹੀਨਾ ਹੋਣ ਵਾਲਾ ਸੀ। ਅੱਜ ਦਾ ਦਿਨ ਮੇਰੇ ਲਈ ਖੁਸ਼ਗਵਾਰ ਸੀ ਕਿਉਂਕਿ ਰਾਧਿਕਾ ਨੇ ਬਹੁਤ ਦਿਨ ਬਾਅਦ ਖੁਦ ਮੇਰੇ ਨਾਲ ਗੱਲ ਕੀਤੀ ਸੀ। ਉਸ ਦੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਸੀ, ਲੇਕਿਨ ਮੈਨੂੰ ਅਜੀਬ ਲੱਗ ਰਿਹਾ ਸੀ ਕਿ ਕਾਮਯਾਬੀ ਹੁਣ ਕਰੀਬ ਹੀ ਆ। ਅੱਜ ਦਾ ਸਾਰਾ ਦਿਨ ਰਾਧਿਕਾ ਨੇ ਮੇਰੇ ਨਾਲ ਬਿਤਾਇਆ ਤੇ ਉਸਨੇ ਹਰ ਛੋਟੇ-ਮੋਟੇ ਕੰਮ 'ਚ ਮੇਰੀ ਮਦਦ ਕੀਤੀ ਤੇ ਮੈਂ ਵੀ ਉਸ ਦੀ ਮਦਦ ਕੀਤੀ। ਮੈਂ ਰਾਧਿਕਾ ਦਾ ਚੰਗਾ ਮੂਡ ਦੇਖ ਕੇ ਕਿਹਾ, ਚਲੋ ਸਮਾਨ ਲੈਣ ਦੇ ਬਹਾਨੇ ਕਿਤੇ ਬਾਹਰ ਚੱਲਦੇ ਆਂ, ਥੋੜਾ ਘੁੰਮ ਵੀ ਲਵਾਂਗੇ। ਉਹ ਮੈਨੂੰ ਕਹਿਣ ਲੱਗੀ, ਨਹੀਂ, ਰਜੇਸ਼ ਨੂੰ ਪਤਾ ਚੱਲ ਜਾਵੇਗਾ ਤੇ ਉਹ ਗੁੱਸਾ ਹੋ ਜਾਵੇਗਾ। ਰਜੇਸ਼ ਦਾ ਨਾਮ ਆਉਂਦੇ ਹੀ ਨਾ ਜਾਣੇ ਕਿਉਂ ਮੈਨੂੰ ਗੁੱਸਾ ਆ ਜਾਂਦਾ। ਮੇਰਾ ਮਨ ਕਰ ਰਿਹਾ ਸੀ ਕਿ ਉਸ ਇਨਸਾਨ ਦਾ ਕਤਲ ਕਰ ਦੇਵਾਂ ਜਿਸ ਦੀ ਵਜ੍ਹਾ ਨਾਲ ਰਾਧਿਕਾ ਘਰ ਵਿੱਚੋਂ ਬਾਹਰ ਕਦਮ ਰੱਖਣ ਤੋਂ ਵੀ ਡਰ ਰਹੀ ਆ। ਘਰ ਵਿੱਚ ਜਿੰਨੇ ਵੀ ਨੌਕਰ ਸੀ ਉਹਨਾਂ ਵਿੱਚੋਂ ਸਭ ਤੋਂ ਭਰੋਸੇਮੰਦ ਆਦਮੀ ਰਜੇਸ਼ ਦੇ ਲਈ ਹੁਣ ਮੈਂ ਹੀ ਸੀ। ਅੱਜ ਉਹ ਰਾਧਿਕਾ ਨੂੰ ਡਿਨਰ ਦੇ ਲਈ ਬਾਹਰ ਲੈ ਕੇ ਜਾ ਰਿਹਾ ਸੀ ਤੇ ਰਾਧਿਕਾ ਦਾ ਇਸ ਤਰ੍ਹਾਂ ਰਜੇਸ਼ ਦੇ ਲਈ ਸਜਣਾ ਸਵਰਨਾ ਮੈਨੂੰ ਗੁੱਸੇ ਨਾਲ ਭਰ ਰਿਹਾ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਰਾਧਿਕਾ ਨੂੰ ਉੱਥੋਂ ਚੁੱਕ ਕੇ ਭੱਜ ਜਾਵਾਂ, ਲੇਕਿਨ ਮੇਰੇ ਕੋਲ ਰਾਸਤਾ ਨਹੀਂ ਸੀ ਕਿਉਂਕਿ ਸਾਹਮਣੇ ਵਾਲਾ ਆਦਮੀ ਬਹੁਤ ਪਾਵਰਫੁਲ ਸੀ ਤੇ ਜੇ ਮੈਂ ਹੁਣ ਰਾਧਿਕਾ ਨੂੰ ਲੈ ਕੇ ਕਿਤੇ ਚਲਾ ਜਾਂਦਾ ਤਾਂ ਉਹ ਸਾਡੀ ਜ਼ਿੰਦਗੀ 'ਚ ਹੋਰ ਮੁਸ਼ਕਲਾਂ ਖੜੀਆਂ ਕਰ ਦਿੰਦਾ। ਮੈਂ ਸਭ ਕੁਝ ਤਰੀਕੇ ਨਾਲ ਕਰਨਾ ਚਾਹੁੰਦਾ ਸੀ ਤਾਂ ਕਿ ਮੇਰੀ ਤੇ ਰਾਧਿਕਾ ਦੀ ਆਉਣ ਵਾਲੀ ਜ਼ਿੰਦਗੀ ਬਿਹਤਰ ਹੋ ਸਕੇ। ਇਸ ਤਰ੍ਹਾਂ ਹੌਲੀ-ਹੌਲੀ ਮੈਂ ਰਾਧਿਕਾ ਨੂੰ ਆਪਣੇ ਪਿਆਰ ਨਾਲ ਮਨਾ ਲਿਆ ਤੇ ਉਹ ਵੀ ਮੇਰੇ ਪਿਆਰ ਦੇ ਵਿੱਚ ਅੰਨੀ ਹੋ ਗਈ ਸੀ। ਅੰਨੀ ਤਾਂ ਉਸਨੇ ਹੋਣਾ ਹੀ ਸੀ ਕਿਉਂਕਿ ਉਹ ਮੇਰੀ ਪਤਨੀ ਸੀ। ਮੈਂ ਉਸ ਨੂੰ ਕਿਹਾ ਕਿ ਆਪਾਂ ਇੱਥੋਂ ਭੱਜ ਜਾਵਾਂਗੇ
ਤੈਨੂੰ ਮੇਰੀ ਮਦਦ ਕਰਨੀ ਹੋਵੇਗੀ। ਉਸਨੇ ਕਿਹਾ ਕਿ ਮੈਂ ਤੇਰੇ ਲਈ ਕੀ ਕਰ ਸਕਦੀ ਹਾਂ। ਤਾਂ ਮੈਂ ਉਸਨੂੰ ਕਿਹਾ ਕਿ ਤੂੰ ਰਾਜੇਸ਼ ਦਾ ਲਾਕਰ ਦਾ ਪਾਸਵਰਡ ਪਤਾ ਕਰ। ਤਾਂ ਹੌਲੀ ਹੌਲੀ ਕਰਕੇ ਰਾਧਿਕਾ ਨੇ ਰਾਜੇਸ਼ ਦੇ ਲੋਕਰ ਦਾ ਪਾਸਵਰਡ ਪਤਾ ਕਰ ਲਿਆ ਤੇ ਅਸੀਂ ਉਸਦੇ ਲੋਕਰ ਵਿੱਚੋਂ ਜਿੰਨਾ ਰੁਪਈਆ, ਪੈਸਾ, ਸੋਨਾ, ਚਾਂਦੀ ਸਭ ਕੁਝ ਬੈਗ 'ਚ ਭਰ ਕੇ ਅੱਧੀ ਰਾਤ ਨੂੰ ਉੱਥੋਂ ਨਿਕਲ ਗਏ ਤੇ ਬੰਬੇ ਵਰਗੇ ਵੱਡੇ ਸ਼ਹਿਰ ਵਿੱਚ ਆ ਗਏ। ਇੱਥੇ ਆ ਕੇ ਮੈਨੂੰ ਰਾਧਿਕਾ ਨੇ ਦੱਸਿਆ ਕਿ ਉਹ ਆਦਮੀ ਦੇ ਕੋਈ ਬੱਚਾ ਨਹੀਂ ਸੀ। ਉਸ ਦੀ ਪਤਨੀ ਫਾਹਾ ਲੈ ਕੇ ਮਰ ਗਈ ਸੀ ਕਿਉਂਕਿ ਉਸਦੇ ਬੱਚਾ ਨਹੀਂ ਹੋ ਰਿਹਾ ਸੀ। ਤਾਂ ਰਾਜੇਸ਼ ਹਰ ਵਕਤ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਤੇ ਅੱਕ ਕੇ ਉਸਨੇ ਫਾਹਾ ਲੈ ਲਿਆ ਤੇ ਆਪਣੀ ਜਾਨ ਦੇ ਦਿੱਤੀ। ਬੱਚੇ ਦੀ ਖਾਤਰ ਰਾਜੇਸ਼ ਨੇ ਤੇਰੀ ਮਾਂ ਨਾਲ ਮੇਰਾ ਸੌਦਾ ਕਰ ਲਿਆ ਤੇ ਤੇਰੀ ਮਾਂ ਨੂੰ ਮੇਰੇ ਬਦਲੇ 'ਚ ਬਹੁਤ ਸਾਰਾ ਪੈਸਾ ਦਿੱਤਾ। ਉਹ ਹਰ ਰਾਤ ਮੇਰੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਮੈਂ ਮਨਾ ਕਰਦੀ ਤਾਂ ਮੈਨੂੰ ਬਹੁਤ ਕੁੱਟਦਾ, ਮਾਰਦਾ, ਮੇਰੇ ਤੇ ਸ਼ਰਾਬ ਡੋਲ ਦਿੰਦਾ, ਸਿਗਰਟ ਨੂੰ ਜਲਾ ਕੇ ਮੇਰੇ ਜਗ੍ਹਾ ਜਗ੍ਹਾ ਤੇ ਨਿਸ਼ਾਨ ਪਾ ਦਿੰਦਾ। ਤਾਂ ਮੈਂ ਤੁਹਾਨੂੰ ਯਾਦ ਕਰਕੇ ਬਹੁਤ ਹੀ ਰੋਂਦੀ, ਪਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਤੁਸੀਂ ਵੀ ਆਪਣੀ ਮਾਂ ਦੇ ਨਾਲ ਮਿਲੇ ਹੋਏ ਹੋ, ਨਹੀਂ ਤਾਂ ਤੁਸੀਂ ਕਦੇ ਨਾ ਕਦੇ ਤਾਂ ਮੇਰੇ ਨਾਲ ਗੱਲ ਕਰ ਹੀ ਲੈਂਦੇ, ਪਰ ਤੁਸੀਂ ਇੱਕ ਵਾਰ ਵੀ ਮੇਰੇ ਨਾਲ ਗੱਲ ਨਾ ਕੀਤੀ। ਤਾਂ ਮੈਂ ਸੋਚ ਲਿਆ ਕਿ ਮੇਰਾ ਇਸ ਦੁਨੀਆ 'ਚ ਕੋਈ ਨਹੀਂ ਹੈ, ਮੈਂ ਇਸ ਦੁਨੀਆ ਤੇ ਇਕੱਲੀ ਹਾਂ ਤੇ ਫਿਰ ਹਾਰ ਮੰਨ ਕੇ ਮੈਂ ਬੈਠ ਗਈ। ਮੈਂ ਆਪਣੇ ਮਨ ਵਿੱਚ ਸੋਚ ਲਿਆ ਕਿ ਹੁਣ ਮੈਂ ਸਾਰੀ ਜ਼ਿੰਦਗੀ ਸਭ ਤੋਂ ਦੂਰ ਹੋ ਜਾਊਂਗੀ। ਤੁਸੀਂ ਸਭ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਜੇ ਕਿਸੇ ਅਨਾਥ ਨੂੰ ਪਾਲਣ ਦਾ ਹੌਸਲਾ ਨਹੀਂ ਰੱਖਦੇ ਤਾਂ ਉਸਨੂੰ ਆਪਣੇ ਘਰ ਵਿੱਚ ਵੀ ਨਹੀਂ ਲਿਆਉਣਾ ਚਾਹੀਦਾ। ਤੁਸੀਂ ਸਭ ਮੇਰੇ ਇਸ ਹਾਲ ਦੇ ਜ਼ਿੰਮੇਵਾਰ ਸੀ। ਜੇ ਤੇਰੇ ਪਾਪਾ ਮੈਨੂੰ ਉੱਥੋਂ ਚੁੱਕ ਕੇ ਨਾ ਲਿਆਉਂਦੇ ਤਾਂ ਮੈਂ ਕਿਸੇ ਅਨਾਥ ਆਸ਼ਰਮ 'ਚ ਚਲੀ ਜਾਂਦੀ ਜਾਂ ਉੱਥੇ ਹੀ ਮਰ ਜਾਂਦੀ, ਪਰ ਮੈਨੂੰ ਇਹ ਜਿਲਤ ਭਰੀ ਜ਼ਿੰਦਗੀ ਨਾ ਜਿਉਣੀ ਪੈਂਦੀ। ਇਹ ਸਭ ਗੱਲਾਂ ਉਹ ਮੈਨੂੰ ਇੰਨੇ ਗੁੱਸੇ ਨਾਲ ਕਹਿ ਰਹੀ ਸੀ ਕਿ ਹੁਣ ਮੈਨੂੰ ਸਮਝ ਆ ਗਿਆ ਕਿ ਹੁਣ ਉਹ ਸਿਰਫ ਪਿਆਰ ਨਾਲ ਹੀ ਸਮਝੇਗੀ। ਮੈਂ ਉਸਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਉੱਚੀ ਉੱਚੀ ਰੋਣ ਲੱਗੀ ਤੇ ਮੇਰੇ ਮੋਢੇ ਤੇ ਸਿਰ ਰੱਖ ਕੇ ਆਪਣੇ ਦੁੱਖ ਦੱਸਣ ਲੱਗੀ ਤੇ ਆਪਣੇ ਹੱਥਾਂ ਉੱਤੇ ਲੱਗੇ ਸਿਗਰਟ ਨਾਲ ਜਲੇ ਹੋਏ ਨਿਸ਼ਾਨ ਦਿਖਾਉਣ ਲੱਗੀ। ਮੈਂ ਉਸ ਦੀ ਪਿੱਠ ਨੂੰ ਥਪਥਪਾ ਕੇ ਤਸੱਲੀ ਦਿੱਤੀ ਤੇ ਕਿਹਾ ਕਿ ਮੈਂ ਹੁਣ ਹਮੇਸ਼ਾ ਤੇਰੇ ਨਾਲ ਰਹਾਂਗਾ, ਤੇਰੇ ਹਰ ਦੁੱਖ ਨੂੰ ਆਪਣੇ ਅੰਦਰ ਸਮੇਟ ਲਵਾਂਗਾ। ਹੁਣ ਮੈਂ ਤੈਨੂੰ ਕਦੇ ਛੱਡ ਕੇ ਨਹੀਂ ਜਾਵਾਂਗਾ। ਮੇਰੀ ਗੱਲ ਸੁਣ ਕੇ ਰਾਧਿਕਾ ਡਰਦੇ ਹੋਏ ਕਹਿਣ ਲੱਗੀ ਕਿ ਜੇ ਆਪਾਂ ਨੂੰ ਰਾਜੇਸ਼ ਨੇ ਇੱਥੇ ਕਿਤੇ ਦੇਖ ਲਿਆ ਜਾਂ ਫੜ ਲਿਆ ਤਾਂ ਫਿਰ ਆਪਣਾ ਕੀ ਹੋਵੇਗਾ। ਤਾਂ ਮੈਂ ਉਸਨੂੰ ਕਿਹਾ ਕਿ ਤੂੰ ਬੇਫਿਕਰ ਹੋ ਕੇ ਰਹਿ, ਮੈਂ ਤੈਨੂੰ ਉਸ ਤੋਂ ਇੰਨੀ ਦੂਰ ਲੈ ਕੇ ਆਇਆ ਕਿ ਇੱਥੇ ਉਸ ਦੀ ਪਰਛਾਈ ਵੀ ਨਹੀਂ ਆਵੇਗੀ। ਇਹਨਾਂ ਕਹਿ ਕੇ ਮੈਂ ਉਸਨੂੰ ਆਪਣੇ ਗਲ ਨਾਲ ਲਾ ਲਿਆ। ਉਹ ਮੇਰੀਆਂ ਬਾਹਾਂ 'ਚ ਸੁਰੱਖਿਅਤ ਮਹਿਸੂਸ ਕਰ ਰਹੀ ਸੀ। ਮੇਰੀ ਜ਼ਿੰਦਗੀ ਨੇ ਮੈਨੂੰ ਇਹ ਸਿਖਾਇਆ ਕਿ ਜੇ ਉੱਪਰ ਵਾਲੇ ਨੇ ਤੁਹਾਨੂੰ ਇਸ ਕਾਬਲ ਬਣਾਇਆ ਕਿ ਕਿਸੇ ਨੂੰ ਤੁਸੀਂ ਰੋਟੀ ਦੇਣ ਦਾ ਜ਼ਰੀਆ ਬਣੋ ਤਾਂ ਉਸ ਨੂੰ ਆਪਣੀ ਜਾਗੀਰ ਨਾ ਸਮਝੋ। ਤੁਸੀਂ ਇੱਕ ਜ਼ਰੀਆ ਹੋ ਸਕਦੇ ਹੋ ਤੇ ਜੇ ਤੁਸੀਂ ਕਿਸੇ ਦੇ ਨਾਲ ਇਨਸਾਫ ਨਹੀਂ ਕਰ ਸਕਦੇ ਤਾਂ ਉਸ ਨੂੰ ਆਪਣੀ ਦੇਖ ਰੇਖ ਵਿੱਚ ਨਾ ਲਵੋ। ਜਿਵੇਂ ਕਿ ਮੇਰੇ ਮਾਂ-ਬਾਪ ਨੇ ਰਾਧਿਕਾ ਨੂੰ ਆਪਣੀ ਦੇਖ ਰੇਖ ਵਿੱਚ ਲੈ ਕੇ ਉਸ ਦੇ ਨਾਲ ਕੀ ਗਲਤ ਨਹੀਂ ਕੀਤਾ। ਇਸ ਗੱਲ ਨੂੰ ਹੁਣ 15 ਸਾਲ ਹੋ ਗਏ ਆ ਤੇ ਮੈਂ ਤੇ ਰਾਧਿਕਾ ਬੰਬੇ ਵਿੱਚ ਇੱਕ ਛੋਟੇ ਜਿਹੇ ਘਰ ਵਿੱਚ ਆਪਣੀ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਸੋ ਦੋਸਤੋ, ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।